ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਅਸੀਂ ਅਕਸਰ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਜਿੰਨੀ ਤੁਹਾਡੀ ਨੌਲੇਜ ਵਧਾਈ ਜਾ ਸਕੇ ਇਮੀਗ੍ਰੇਸ਼ਨ ਸੰਬੰਧੀ, ਉਨੀ ਨੌਲੇਜ ਵਿੱਚ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰੀਏ। ਪਰ ਇਸ ਦੇ ਬਾਵਜੂਦ ਸਾਡਾ ਇਹ ਪ੍ਰੋਗਰਾਮ ਸਿਰਫ ਕੈਨੇਡਾ ਵਿੱਚ ਹੀ ਨਹੀਂ, ਦੁਨੀਆ ਦੇ ਜਿਹੜੇ ਮਰਜ਼ੀ ਮੁਲਕ ਵਿੱਚ ਤੁਸੀਂ ਬੈਠੇ ਹੋ ਇਹ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਹੋ। ਕੈਨੇਡਾ, ਆਸਟ੍ਰੇਲੀਆ, ਅਮਰੀਕਾ, US, ਜਿੱਥੇ ਵੀ ਤੁਸੀਂ ਦੇਖ ਸਕਦੇ ਹੋ। ਪਰ ਇਸ ਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਕਿ ਕਈ ਲੋਕ ਅਜਿਹੇ ਨੇ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਜਾਂ ਫਿਰ ਇੱਥੇ ਆ ਕੇ ਕਈ ਵਾਰੀ ਉਹਨਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਖਾਸ ਤੌਰ ਤੇ ਵਿਜ਼ਿਟਰ ਵੀਜ਼ਾ ਦੇ ਲਈ ਜਿਹੜਾ ਪ੍ਰੋਸੈਸ ਹੈ ਉਸ ਚੀਜ਼ ਨੂੰ ਲੈ ਕੇ ਹੀ ਜਿਹੜੀਆਂ ਨੋਟਾਂ ਦੀ ਭਰ ਕੇ ਜਿਹੜੇ ਇਸ ਵਕਤ ਉੱਥੇ ਏਜੰਟਸ ਨੂੰ ਦਿੱਤੇ ਜਾ ਰਹੇ ਨੇ। ਅੱਜ ਤੁਹਾਨੂੰ ਖਾਸ ਤੌਰ ਤੇ ਇਸ ਦੇ ਬਾਰੇ ਵਿੱਚ ਅਸੀਂ ਜਾਣਕਾਰੀ ਦੇਵਾਂਗੇ, ਚਾਹੇ ਵਿਜ਼ਟਰ ਵੀਜ਼ਾ, ਚਾਹੇ ਸਟੱਡੀ ਵੀਜ਼ਾ ਜਾਂ ਫਿਰ ਇਲੀਗਲ ਇਮੀਗ੍ਰੇਸ਼ਨ ਆ। ਬਹੁਤ ਸਾਰੇ ਲੋਕ ਸਿਰਫ ਇਹ ਨਹੀਂ ਕਿ ਕੈਨੇਡਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਆ ਰਹੇ ਨੇ, ਕੈਨੇਡਾ ਤੋਂ ਅੱਗੇ ਗੈਰ ਕਾਨੂੰਨੀ ਤਰੀਕੇ ਨਾਲ US ਵੱਲ ਦਾ ਰੁਖ ਵੀ ਕਰ ਰਹੇ ਨੇ। ਸੋ ਇਸ ਸਾਰੇ ਬਾਰੇ ਜਾਣਕਾਰੀ ਤੁਹਾਨੂੰ ਦਵਾਂਗੇ। ਕੈਨੇਡਾ ਦੀ ਇਮੀਗ੍ਰੇਸ਼ਨ ਸੰਬੰਧੀ ਜੋ ਨਵੀਂ ਅਪਡੇਟ ਆਈ ਹੈ ਉਹ ਵੀ ਦੱਸਾਂਗੇ ਤੁਹਾਨੂੰ। ਇਸ ਤੋਂ ਇਲਾਵਾ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈ, ਕਿਸੇ ਦੀ ਕੋਈ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਤਿ ਸ੍ਰੀ ਅਕਾਲ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਤਰਨ ਜੀ ਕੀ ਹਾਲ ਚਾਲ ਸਰ? ਆਲ ਗੁੱਡ ਤਰਨ ਜੀ, ਥੈਂਕ ਯੂ। ਇਮੀਗ੍ਰੇਸ਼ਨ ਦੇ ਵਿੱਚ ਹੁਣੇ ਨਵੀਂ ਅਪਡੇਟ ਸੁਣਨ ਨੂੰ ਮਿਲ ਰਹੀ ਹੈ। ਕਹਿੰਦੇ ਮਿਨਿਸਟਰ ਸਾਹਿਬ ਦੀ ਇਸ ਵਕਤ ਗੱਲਬਾਤ ਹੋ ਰਹੀ ਹੈ ਕਿ ਸ਼ਾਇਦ ਰੂਰਲ ਪ੍ਰੋਜੈਕਟ ਜਿਹੜਾ ਹੈਗਾ ਆ ਉਹਨੂੰ ਵਧਾਇਆ ਜਾ ਸਕਦਾ, ਉਹਦੀ ਡੈਡਲਾਈਨ ਨੂੰ। ਬਿਲਕੁਲ ਤਰਨ ਜੀ, ਜਿਹੜੇ ਰੂਰਲ ਪ੍ਰੋਜੈਕਟ ਸੀਗੇ ਉਹ ਕਾਫੀ ਅੱਛੇ ਚੱਲ ਰਹੇ ਨੇ। RNIPs ਰੂਰਲ ਨਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਸੀਗੇ ਨੇ। ਟਿਮਨਸ ਵਾਲਾ, ਸਡਬਰੀ ਵਾਲਾ, ਉਹਦੇ ਜਿਹੜੇ ਆਊਟਕਮਸ ਆ ਰਹੇ ਨੇ ਉਹ ਹੁਣ ਨਜ਼ਰ ਆਣੇ ਸ਼ੁਰੂ ਹੋ ਗਏ ਨੇ। ਭਾਵੇਂ ਉਹਨਾਂ ਦਾ ਕੋਟਾ ਸਿਰਫ 100 ਐਪਲੀਕੇਸ਼ਨ ਦਾ ਹੈਗਾ ਸਾਲ ਦਾ, ਬਟ 100 ਇਜ਼ ਆਲਸੋ ਅ ਨੰਬਰ, ਰਾਈਟ? ਸੋ 100 ਫੈਮਿਲੀ, 100 ਟ੍ਰੇਨਡ ਲੋਕੀ ਆ ਰਹੇ ਨੇ, 100 ਮਕੈਨਿਕਸ ਆ ਰਹੇ ਨੇ, 100 ਟ੍ਰੇਡਰਸ ਆ ਰਹੇ ਨੇ। ਸੋ ਉਹ ਟ੍ਰੇਡਸ ਦੇ ਉੱਤੇ ਜਾਂ ਟਰੱਕ ਡਰਾਈਵਰਸ ਦੇ ਉੱਤੇ ਉਹ ਜਿਹੜੀ ਲੋਕਲ ਸ਼ਾਰਟੇਜਸ ਹੈਗੀ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ। ਸੋ ਐਬਸੋਲੂਟਲੀ ਜੀ, ਉਹਨੂੰ ਐਕਸਟੈਂਡ ਕਰਨ ਦੀ ਉਮੀਦ ਹੈਗੀ ਬਿਕੋਜ਼ ਉਹ ਸਕਸੈਸਫੁਲੀ ਚੱਲ ਰਿਹਾ, ਤੇ ਹੋਰ ਇਹਨੂੰ ਐਕਸਪੈਂਡ ਕਰਨ ਦੀ ਬਾਕੀ ਮਿਊਨਿਸਪੈਲਿਟੀਜ਼ ਨੂੰ ਵੀ ਇਹਦੀ ਐਕਸਪੈਂਸ਼ਨ ਦਾ ਬੈਨੀਫਿਟ ਮਿਲ ਸਕਦਾ ਹੈਗਾ। ਜਿਵੇਂ ਤੁਸੀਂ ਦੇਖਿਆ ਕਿ ਬੈਨੀਫਿਟ ਮਿਲ ਸਕਦਾ ਹੈ ਇਸ ਵਕਤ, ਇਹਦੇ ਲਈ ਵੈਸੇ ਕੁਆਲੀਫਾਈ ਕੌਣ ਹੋ ਸਕਦਾ ਸਰ? ਇਹ ਪ੍ਰੋਗਰਾਮ ਕੀ ਹੈ? ਤਰਨ ਜੀ, ਇਹ ਬੇਸਿਕਲੀ ਲੋਕਲ EMPLOYERS ਦੇ ਨਾਲ ਪ੍ਰੋਗਰਾਮ ਵਰਕ ਕਰਦਾ ਹੈਗਾ। ਸੋ ਬੇਸਿਕਲੀ ਲੋਕਲ EMPLOYERS ਐਡਵਰਟਾਈਜ਼ਮੈਂਟ ਫਲੋਟ ਕਰਦੇ ਨੇ, ਉਸ ਤੋਂ ਬਾਅਦ ਆਪਣੇ ਆਪਣੀ ਮਿਊਨਿਸਪੈਲਿਟੀ ਤੋਂ ਉਹ ਅਪਰੂਵਲਸ ਲੈਂਦੇ ਨੇ ਕਿ ਸਾਨੂੰ ਇਸ ਆਕੂਪੇਸ਼ਨ ਦੀ ਲੋੜ ਹੈਗੀ ਹੈ। ਸੋ ਉਹ ਅਪਰੂਵਲ ਲੈ ਕੇ ਉਹ ਅੱਗੇ RNIP ਇਸ਼ੂ ਹੋ ਜਾਂਦਾ। ਇਟ ਇਜ਼ ਲਾਈਕ ਅ PNP ਸਰਟੀਫਿਕੇਟ, ਇਟ ਇਜ਼ ਲਾਈਕ ਅ ਪਰਮਾਨੈਂਟ ਰੈਜ਼ੀਡੈਂਸੀ। ਉਸ ਤੋਂ ਬਾਅਦ ਪੁਲਿਸ ਕਲੀਅਰੈਂਸ ਐਂਡ ਮੈਡੀਕਲਸ ਵਾਸਤੇ ਹੋਣ ਵਾਸਤੇ ਫੈਡਰਲ ਦੇ ਕੋਲ ਜਾਂਦਾ ਹੈਗਾ, ਤੇ ਉਸ ਤੋਂ ਬਾਅਦ PR ਹੋ ਕੇ ਐਪਲੀਕੈਂਟ ਆ ਜਾਂਦਾ ਹੈਗਾ। ਇਹ ਵੀ ਸੁਣਨ ਨੂੰ ਮਿਲ ਰਿਹਾ ਕਿ ਇਸ ਵਾਰੀ ਜਿਹੜੀਆਂ ਕਾਫੀ ਜ਼ਿਆਦਾ ਈਜ਼ੀਜ਼ ਤਾਂ ਕੀਤੀਆਂ ਜਾ ਰਹੀਆਂ ਇਮੀਗ੍ਰੇਸ਼ਨ ਦੇ ਵਿੱਚ। ਕਾਫੀ ਜ਼ਿਆਦਾ ਜਿਹੜੇ ਇੱਥੇ ਟੈਂਪਰੇਰੀ ਰੈਜ਼ੀਡੈਂਟਸ ਹੈਗੇ ਨੇ, ਚਾਹੇ ਉਹ ਵਰਕ ਪਰਮਿਟ ਹੋਲਡਰਸ ਹੋਣ, ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਹੋਣ, ਸਭ ਦੀ ਐਕਸਟੈਂਸ਼ਨਸ ਵੀ ਦਿੱਤੀਆਂ ਜਾ ਰਹੀਆਂ ਨੇ। ਇਹਦੇ ਬਾਵਜੂਦ ਕੈਨੇਡਾ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਆਉਣਾ ਚਾਹੁੰਦੇ ਨੇ, ਤੇ ਕਈ ਅਜਿਹੇ ਵੀ ਨੇ ਜਿਹਦੇ ਲਈ ਗੈਰ ਕਾਨੂੰਨੀ ਤਰੀਕੇ ਵੀ ਅਪਣਾਉਂਦੇ ਨੇ। ਆਪਾਂ ਅੱਜ ਇਹਦੇ ਬਾਰੇ ਥੋੜੀ ਜਿਹੀ ਗੱਲ ਜ਼ਰੂਰ ਕਰਾਂਗੇ। ਪਹਿਲਾਂ ਦਰਸ਼ਕ ਜੁੜ ਗਏ ਨੇ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ, ਮੈਂ ਪੰਜਾਬ ਤੋਂ ਹੁਸ਼ਿਆਰਪੁਰ ਬੋਲਦਾ ਹਾਂ। ਹਾਂਜੀ, ਮੇਰਾ ਸਵਾਲ ਕੀ ਮਨੂ ਦੱਤਾ ਜੀ? ਜੀ ਜਿਸ ਤਰ੍ਹਾਂ ਅਸੀਂ PL ਦੇ ਲਈ ਕੋਈ ਫਾਈਲ ਕਰਨੇ ਦਾ ਚਾਹੁੰਦੇ ਆ ਤਾਂ ਅਸੈਸਮੈਂਟ ਜਿਹੜੇ ਆਪਣੇ ਹੁੰਦੀ ਹੈ ਲਾਜ਼ਮੀ ਹੁੰਦੀ ਹੈ ਜਾਂ ਮੈਨੂੰ ਸਮਝ ਨਹੀਂ ਸਰ ਤੁਹਾਡਾ ਸਵਾਲ ਨਹੀਂ, ਸੌਰੀ ਸਰ ਤੁਹਾਡਾ ਸਵਾਲ ਨਹੀਂ ਸਮਝ ਆਇਆ। ਥੋੜਾ ਜਿਹਾ ਆਪਣਾ ਡਿਟੇਲ ਚ ਸਵਾਲ ਪੁੱਛੋਗੇ, ਕੀ ਸਵਾਲ ਪੁੱਛਣਾ ਚਾਹੁੰਦੇ ਹੋ? ਨਾਲੇ ਥੋੜਾ ਜਿਹਾ ਉੱਚੀ ਮਾਈਕ ਨੂੰ ਆਪਣੇ ਨੇੜੇ ਕਰੋ। ਹਾਂਜੀ, ਆਈ ਨੋ ਕਿ ਇੰਡੀਆ ਚ ਇਸ ਵਕਤ ਕਾਫੀ ਰਾਤ ਹੋਣੀ ਹੈ, ਪਰ ਪਲੀਜ਼ ਥੋੜੀ ਜੀ ਕਲੀਅਰ ਬੋਲਿਓ, ਤੁਹਾਡੀ ਆਵਾਜ਼ ਸਮਝ ਨਹੀਂ ਆ ਰਹੀ ਪ੍ਰੋਪਰ। ਸਰ ਮੇਰਾ ਸਵਾਲ ਇਹ ਸੀਗਾ ਕਿ ਮੈਂ ਆਪਣੀ ਮਿਸਿਸ ਦਾ ਨਾ ਕੇਅਰ ਗਿਵਰ ਦਾ ਮਤਲਬ ਕਰਵਾਉਣਾ ਹੈਗਾ ਵਰਕ ਪਰਮਿਟ ਜੀ, ਤੇ ਜਿਹੜੀ ਆਪਣੇ ਉਹਨਾਂ ਨੇ AN ਕੀਤੀ ਆ ਕਿ ਉਹਨਾਂ ਦੀ ਜਿਹੜੀ ਅਸੈਸਮੈਂਟ ਆ ਡਾਕੂਮੈਂਟ ਦੀ ਉਹ ਲਾਜ਼ਮੀ ਆ ਜਾਂ ਬਾਅਦ ਵਿੱਚ ਹੋ ਸਕਦੀ ਹੈ PR ਵੇਲੇ ਲੋੜ ਆ ਜਾਂ ਜਦੋਂ ਆਪਾਂ ਅਪਰੂਵ ਕਰਾਉਣਾ ਉਦੋਂ ਲੋੜ? ਸੁਣੋ, ਠੀਕ ਹੈ ਜੀ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ। ਥੈਂਕ ਯੂ ਜੀ ਸਰ। ਬਿਲਕੁਲ ਜੀ, ਡਿਗਰੀ ਅਸੈਸਮੈਂਟ ਬਿਕੋਜ਼ ਜਿਹੜੀ ਕੇਅਰ ਗਿਵਰ ਦੀ ਪਾਇਲਟ ਦੀ ਫਾਈਲਸ ਲੱਗਦੀਆਂ ਹੈਗੀਆਂ 2750 ਚਾਈਲਡ ਸਪੋਰਟ ਦੇ ਵਿੱਚ, 2750 ਲੱਗਦੀਆਂ ਹੋਮ ਸਪੋਰਟ ਦੇ ਵਿੱਚ। ਸੋ ਦੋਨਾਂ ਦੇ ਵਿੱਚ ਤੁਹਾਡੇ ਕੋਲ
1 ਸਾਲ ਦੀ ਡਿਗਰੀ ਦੀ 1 ਸਾਲ ਦੇ ਡਿਪਲੋਮੇ ਦੀ ਆਫਟਰ ਗ੍ਰੇਡ 12 ਘੱਟੋ ਘੱਟ ਅਸੈਸਮੈਂਟ ਦੀ ਲੋੜ ਹੈਗੀ ਹੈ। ਸੋ ਉਸ ਤੋਂ ਬਿਨਾਂ ਤੁਹਾਡੀ ਫਾਈਲ ਹੀ ਨਹੀਂ ਲੱਗ ਸਕਦੀ। ਸੋ ਗ੍ਰੇਡ 12 ਤੋਂ ਬਾਅਦ ਜੇ ਬੈਚਲਰਸ ਕੀਤੀ ਹੋਈ ਹੈ, ਗ੍ਰੇਡ GNM ਕੀਤੀ ਹੋਈ, ਉਹਦੀ ਅਸੈਸਮੈਂਟ ਚਾਹੀਦੀ ਹੈ। ਜੇ ਕੋਈ ਡਿਪਲੋਮਾ ਕੀਤਾ ਉਹਦੀ ਵੀ ਅਸੈਸਮੈਂਟ ਚਾਹੀਦੀ ਹੈ, ਇਹ ਤਾਂ ਹੀ ਫਾਈਲ ਲੱਗ ਸਕਦੀ ਹੈ, ਅਦਰਵਾਈਜ਼ ਫਾਈਲ ਕੈਨ ਨਾਟ ਗੋ ਇਨ। ਜੀ ਬਿਲਕੁਲ। ਆਪਾਂ ਵਾਪਸ ਆਈਏ ਆਪਣੇ ਟੌਪਿਕ ਦੇ ਉੱਤੇ, ਗੱਲਬਾਤ ਕਰ ਰਹੇ ਸੀਗੇ ਕਿ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਸਰ ਇਹ ਦੱਸੋ, ਤੁਸੀਂ ਹੁਣੀ ਦੱਸ ਰਹੇ ਸੀਗੇ ਕਿ ਕੁਝ ਲੋਕ ਇੱਥੇ ਜਿਹੜੇ ਪਹੁੰਚ ਰਹੇ ਨੇ ਸਿਰਫ ਵਿਜ਼ਟਰ ਵੀਜ਼ਾ ਦੇ ਲਈ ਹੀ 50-50 ਲੱਖ ਰੁਪਏ ਲੈ ਕੇ ਆ ਰਹੇ ਨੇ। ਤਰਨ ਜੀ, ਇਹ ਨਿਊਜ਼ ਆਰਟੀਕਲਸ ਇਹੋ ਜਿਹੇ ਸਾਹਮਣੇ ਆ ਰਹੇ ਨੇ ਅੱਜ ਦੀ ਤਰੀਕ ਦੇ ਵਿੱਚ, ਇਹੋ ਜਿਹੇ ਲੋਕੀ ਆ ਕੇ ਬਿਆਨ ਦੇ ਰਹੇ ਨੇ ਤੇ ਮੈਂ ਪਤਾ ਨਹੀਂ ਕਿ ਇਲੀਗਲ ਲੋਕੀ ਇੰਨੇ ਪੈਸੇ ਕਿਸ ਤਰ੍ਹਾਂ ਖਰਚੀ ਜਾ ਰਹੇ ਨੇ, ਕਿਸ ਸੋਚ ਕੇ ਖਰਚੀ ਜਾ ਰਹੇ ਨੇ। ਇੱਕ ਸਾਡੇ ਕੋਲ ਕੁਝ ਹੁਣੇ ਅਪਡੇਟਸ ਆਈਆਂ ਕਿ 8 ਲੋਕੀ ਤਾਂ ਪਹਿਲੇ ਮੋਹਾਕ ਕੰਟਰੀ ਦੇ ਵਿੱਚ ਦੇਖਿਆ ਤੇ ਅਸੀਂ ਬਾਰਡਰ ਕ੍ਰਾਸ ਕਰਦੇ ਹਾਂ US ਦੇ ਵਿੱਚ ਚਲੇ ਗਏ। ਉਸ ਤੋਂ ਬਾਅਦ ਇੱਕ ਹੋਰ ਬਰੈਂਪਟਨ ਦੀ ਇੱਕ ਨਿਊਜ਼ ਆਈ ਹੈ ਜੀ, ਇੱਕ ਉਹਨਾਂ ਨੇ ਬੰਦਾ ਜਿਹੜਾ ਆਪ ਰਿਫਿਊਜੀ ਸੀਗਾ ਇੱਥੇ, ਉਹ ਇੱਥੋਂ ਲੋਕਾਂ ਨੂੰ USA ਭੇਜਦਾ ਸੀਗਾ ਤੇ ਉਹ ਆਪਣੇ ਆਪ 'ਚ ਕਲੇਮ ਕਰਦਾ ਕਿ 1000 ਬੰਦਿਆਂ ਨੂੰ ਮੈਂ ਭੇਜਿਆ ਤੇ ਮੈਂ ਕਿਸੇ ਤੋਂ 7000, ਕਿਸੇ ਤੋਂ 35000, ਕਿਸੇ ਤੋਂ 10000, ਕਿਸੇ ਤੋਂ 25000 ਚਾਰਜ ਕੀਤਾ ਹੋਇਆ। ਇਹ ਸਾਰਾ ਮਤਲਬ ਲੀਗਲ ਹੁੰਦਾ ਸੀ ਜਾਂ ਇਲੀਗਲ ਤਰੀਕੇ ਨਾਲ? ਐਬਸੋਲੂਟਲੀ ਇਲੀਗਲ ਤਰਨ ਜੀ। ਹੁਣ ਜਿਹੜਾ ਵਿਜ਼ਟਰ ਆ ਰਿਹਾ 50 ਲੱਖ ਰੁਪਏ ਦੇ ਕੇ, ਉਹ ਲੀਗਲ ਤੇ ਹੈ ਹੀ ਨਹੀਂ ਹੈਗਾ। ਤੁਸੀਂ ਕਿਸੇ ਕੰਸਲਟੈਂਟ ਨੂੰ ਫੀਸ ਦਿੰਦੇ ਹੋ, ਕੰਸਲਟੈਂਟ ਦੀ ਮੈਕਸਿਮਮ ਫੀਸ 750, 1000, $1500 ਹੋਏਗੀ। ਇਸ ਤੋਂ ਜ਼ਿਆਦਾ ਤੇ ਅੱਛੇ ਤੋਂ ਅੱਛੇ ਲਾਇਰ ਦੀ 2500 ਤੋਂ ਜ਼ਿਆਦਾ ਫੀਸ ਨਹੀਂ ਹੈਗੀ। ਸੋ ਜੇ ਤੁਸੀਂ 50 ਲੱਖ ਰੁਪਇਆ ਦੇ ਰਹੇ ਹੋ, ਦੈਟ ਇਜ਼ ਆਲਮੋਸਟ ਐਜ਼ ਗੁੱਡ ਐਜ਼ 80 ਲੱਖ ਕਿੰਨਾ ਹੋ ਗਿਆ? 50 ਲੱਖ ਰੁਪਇਆ 80000 ਦੇ ਆਸ-ਪਾਸ ਹੋ ਗਿਆ। 80000 ਤੁਸੀਂ ਇਲੀਗਲ ਦੇ, ਇਸ ਤੋਂ ਚੰਗਾ ਤੁਸੀਂ ਇੰਨੇ ਪੈਸੇ ਲਗਾ ਕੇ ਉੱਥੇ ਕੋਈ ਕੰਮ ਹੀ ਸ਼ੁਰੂ ਕਰ ਲਓ। ਤੁਸੀਂ ਦੇਖੋ ਕਿ 50 ਲੱਖ ਰੁਪਇਆ ਦਿੱਤਾ ਜਾ ਰਿਹਾ ਸਿਰਫ ਇੱਕ ਵਿਜ਼ਟਰ ਵੀਜ਼ਾ ਲਈ, ਜਿਹਦੇ ਵਿੱਚ ਐਮਬੈਸੀ ਜਾਂ ਜੇ ਇੱਥੇ ਅਸੀਂ ਇੱਥੋਂ ਦੇ ਵੀ ਕਿਸੇ ਹਾਇਰ ਕਰੀਏ ਕੰਸਲਟੈਂਟ ਨੂੰ, ਐਮਬੈਸੀ ਦੀ ਫੀਸ ਹੋਏਗੀ ਜਾਂ ਉਹਨਾਂ ਦੀ ਖੁਦ ਦੀ ਫੀਸ ਹੋਏਗੀ, ਕਿੰਨੇ ਤੱਕ? ਕਰਨ ਜੀ, ਐਮਬੈਸੀ ਦੀ ਫੀਸ ਹੈਗੀ $100, $85 ਬਾਇਓਮੈਟ੍ਰਿਕਸ ਦੇ ਨੇ, $185 ਹੋ ਗਏ ਜੀ ਤੁਹਾਡੇ ਗਵਰਨਮੈਂਟ ਦੀ ਫੀਸ, ਤੇ ਬਾਕੀ ਲਾਇਰ ਦੀ ਫੀਸ ਹੋਗੀ। ਬਾਕੀ ਲਾਇਰ ਦੀ ਫੀਸ ਹੋ ਗਈ। ਜੇ ਅਸੀਂ ਇਹਨੂੰ ਇੰਡੀਅਨ ਕਰੰਸੀ ਨਾਲ ਵੀ ਕਰੀਏ ਤਾਂ ਵੀ $50 ਲੱਖ ਤਾਂ ਕਿਸੇ ਵੀ ਲੈਵਲ ਤੇ ਨਹੀਂ ਬਣਦੇ ਹੈਗੇ। ਇਹ ਤੇ ਤਰਨ ਜੀ, ਇਹ ਤਕਰੀਬਨ 50000 ਰੁਪਇਆ ਨਹੀਂ ਬਣਦਾ, ਲੱਖ ਰੁਪਇਆ ਨਹੀਂ ਬਣਦਾ। ਤੁਸੀਂ 50 ਲੱਖ ਰੁਪਇਆ ਦੇ ਰਹੇ ਹੋ, 60 ਲੱਖ ਰੁਪਇਆ ਦੇ ਰਹੇ ਹੋ ਵਿਜ਼ਿਟ ਵੀਜ਼ਾ ਲੈਣ ਵਾਸਤੇ। ਤੁਸੀਂ ਉੱਥੋਂ ਉਸ ਤੋਂ ਬਾਅਦ ਇਹ ਵੀ ਨਹੀਂ ਪਤਾ ਕਿ ਉਹ ਵਿਜ਼ਿਟਰ ਵੀਜ਼ਾ ਦਾ ਇੱਥੇ ਆ ਕੇ ਕਰਨਾ ਕੀ ਹੈਗਾ। ਉਹ ਝੂਠੇ ਸੱਚੇ ਡਾਕੂਮੈਂਟਸ ਲਗਾ ਰਿਹਾ ਹੈਗਾ। ਤੁਸੀਂ ਦੇਖੋ ਕਿ ਜਿਹੜੇ ਬੱਚੇ ਅਸੀਂ ਗੱਲ ਕਰ ਰਹੇ ਹਾਂ 770,000 ਜਾਂ 7000 ਬੱਚੇ, ਜਿੰਨੇ ਵੀ ਬੱਚੇ ਜਿਹੜੇ ਫੇਕ ਡਾਕੂਮੈਂਟਸ ਦੇ ਕਾਬੂ ਆਏ ਹੈਗੇ ਨੇ। ਸੋ ਤੁਸੀਂ ਵੀ ਤਾਂ ਫੇਕ ਡਾਕੂਮੈਂਟ ਪੁੱਟ ਅਪ ਕਰ ਰਹੇ ਹੋ, ਕੱਲ ਨੂੰ ਤੁਹਾਡਾ ਕੀ ਬਣਨਾ ਹੈਗਾ ਡਾਕੂਮੈਂਟਸ ਦੇ? ਇਹ ਹੈ ਕਿ ਸਿਰਫ ਅਜੇ ਤੁਹਾਨੂੰ ਸਿਰਫ ਇੱਥੇ ਪਹੁੰਚਾਉਣ ਲਈ, ਕਿ ਤੁਹਾਨੂੰ ਇੱਥੇ ਲੈਂਡ ਕਰਵਾਉਣ ਲਈ 50 ਲੱਖ ਰੁਪਏ ਦਿੱਤਾ ਜਾ ਰਿਹਾ। ਉਸ ਤੋਂ ਬਾਅਦ ਤੁਹਾਡਾ ਫਿਊਚਰ ਕਿੱਧਰ ਨੂੰ ਹੈ ਕਿਸੇ ਨੂੰ ਕੁਝ ਨਹੀਂ ਪਤਾ। ਬਾਅਦ ਚ ਤੁਸੀਂ ਖੁਦ ਆ ਕੇ ਸੋਚੋਗੇ ਕਿ ਜਿਹੜੇ ਡਾਕੂਮੈਂਟਸ ਨਾਲ ਲਗਾਏ ਗਏ ਨੇ, ਪਹਿਲਾਂ ਤਾਂ ਇਹ ਨਹੀਂ ਪਤਾ ਲੱਗਣਾ ਕਿ ਕਿਹੜੇ ਡਾਕੂਮੈਂਟਸ ਪ੍ਰੋਵਾਈਡ ਕਰਵਾਏ ਗਏ ਨੇ। ਹੋ ਸਕਦਾ ਅਨਮੈਰਿਡ ਨੂੰ, ਸਿੰਗਲ ਨੂੰ ਮੈਰਿਡ ਸ਼ੋ ਕਰ ਦਿੱਤਾ ਗਿਆ ਹੋਵੇ। ਤਰਨ ਇਹੋ ਜਿਹੇ ਸਾਡੇ ਕੋਲ ਕਾਫੀ ਸਾਰੇ ਕੇਸ ਆਉਂਦੇ ਨੇ। ਅਸੀਂ ਕਹਿੰਦੇ ਕਿ ਪਹਿਲੇ ਇਨਫੋਰਮੇਸ਼ਨ ਲੈ ਕੇ ਆਓ। ਜੇ ਇਨਫੋਰਮੇਸ਼ਨ ਲੈ ਕੇ ਆਉਂਦੇ ਨੇ, ਉਹਦੇ ਚ ਨਿਕਲਦਾ ਜੀ ਕਿ ਮੈਰਿਡ ਵੀ ਸ਼ੋ ਕੀਤਾ ਹੋਇਆ, ਬੱਚੇ ਵੀ ਸ਼ੋ ਕੀਤੇ ਹੋਏ, ਜੌਬ ਵੀ ਸ਼ੋ ਕੀਤੀਆਂ ਹੋਈਆਂ, ਤੇ ਨਾ ਤੇ ਉਹ ਐਜੂਕੇਸ਼ਨ ਹੈਗੀ ਹੈ, ਨਾ ਬੱਚੇ ਹੈਗੇ ਨੇ, ਨਾ ਵਾਈਫ ਹੈਗੀ ਹੈ, ਨਾ ਸਪਾਊਸ ਹੈਗੀ ਹੈ, ਤੇ ਉਹ ਡਾਕੂਮੈਂਟਸ ਦੇ ਵਿੱਚ ਸਾਰਾ ਕੁਝ ਐਗਜ਼ਿਸਟ ਕਰਦਾ ਹੈਗਾ। ਹੁਣ ਤੁਸੀਂ ਇੱਕ ਵਾਰੀ ਇਨਫੋਰਮੇਸ਼ਨ ਦੇਤੇ, ਆਤੀ ਇੱਥੇ ਆ ਗਏ, ਤੁਸੀਂ ਇੱਥੇ ਆ ਕੇ ਤੁਸੀਂ ਕਹਿੰਦੇ ਹੋ ਕਿ ਮੈਂ ਮੈਰਿਜ ਕਰ ਲਵਾਂ। ਮੈਰਿਜ ਕਿਸ ਤਰ੍ਹਾਂ ਕਰੋਗੇ? ਤੁਸੀਂ ਤਾਂ ਪਹਿਲੀ ਮੈਰਿਡ ਹੈਗੇ ਹੋ। ਤੁਸੀਂ ਕਹਿੰਦੇ ਹੋ ਕਿ ਮੈਂ ਹੁਣ ਕੱਲ ਨੂੰ ਐਪਲੀਕੇਸ਼ਨ ਜਦੋਂ ਪੁੱਟ ਅਪ ਕਰਨੀ, ਸਪੋਜ਼ ਵਰਕ ਪਰਮਿਟ ਵੀ ਹੋ ਗਿਆ, ਕੱਲ ਨੂੰ ਤੁਸੀਂ PR ਦੀ ਐਪਲੀਕੇਸ਼ਨ ਲਗਾਣੀ। ਹੁਣ PR ਦੀ ਐਪਲੀਕੇਸ਼ਨ ਦੇ ਵਿੱਚ ਤਾਂ ਤੁਸੀਂ ਮੈਰਿਡ ਹੈਗੇ ਹੋ, ਬਿਕੋਜ਼ ਤੁਸੀਂ ਪਹਿਲੇ ਇਨਫੋਰਮੇਸ਼ਨ ਦੇ ਕੇ ਆਏਗੇ। ਹੁਣ ਡਿਵੋਰਸ ਕਿਹਦੇ ਤੋਂ ਲਓਗੇ? ਬੱਚਿਆਂ ਦੀ ਕਸਟਡੀ ਕਿੱਥੇ ਹੈਗੀ ਹੈ? ਸੋ ਇੱਕ ਜਦੋਂ ਝੂਠ ਬੋਲਦੇ ਹੋ ਤੇ 3600 ਝੂਠ ਹੋਰ ਬੋਲਣੇ ਪੈਂਦੇ ਨੇ। ਕਦੀ ਵੀ ਝੂਠਾਂ ਤੋਂ ਦੂਰ ਰਹੋ, ਝੂਠ ਬੋਲਣ ਤੋਂ ਦੂਰ ਰਹੋ, ਬਿਕੋਜ਼ ਅੱਜ ਜਾਂ ਕੱਲ ਉਹ ਤੁਹਾਨੂੰ ਨੁਕਸਾਨ ਜ਼ਰੂਰ ਕਰੇਗਾ। ਐਂਡ ਜਿਹੜੇ ਅਸੀਂ ਬੱਚਿਆਂ ਦੀ ਵੀ ਗੱਲ ਕਰ ਰਹੇ ਹਾਂ, ਉਸ ਬੱਚਿਆਂ ਦੇ ਪੇਰੈਂਟਸ ਨੂੰ ਬਹੁਤ ਹੱਦ ਤੱਕ ਪਤਾ ਸੀਗਾ, ਬਿਕੋਜ਼ ਕੋਈ 20 ਲੱਖ ਰੁਪਏ ਦੇ ਕੇ ਆਇਆ, ਕੋਈ 25 ਲੱਖ ਰੁਪਏ ਦੇ ਕੇ ਆਇਆ। 20 ਲੱਖ 25 ਲੱਖ ਕਿਹੜਾ ਕੰਸਲਟੈਂਟ ਉੱਥੇ ਲੈਂਦਾ ਹੈਗਾ? ਸੋ ਅਸੀਂ ਜੇ ਕਹੀਏ ਕਿ ਅਸੀਂ ਟੋਟਲੀ ਇਗਨੋਰੈਂਟ ਸੀਗੇ, ਸਾਨੂੰ ਪਤਾ ਹੀ ਨਹੀਂ ਸੀਗਾ, ਤੇ ਉਹ ਵੀ ਗਲਤ ਹੈਗੀ ਇਹ ਚੀਜ਼। ਸੋ ਜਾਣਦੇ ਬੂਝਦੇ ਹੋਏ ਸਾਰੀ ਚੀਜ਼ਾਂ ਹੁੰਦੀਆਂ ਹੈਗੀਆਂ ਉੱਥੇ। ਸੋ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਵੀ ਤੁਸੀਂ ਡੀਲ ਕਰੋ, ਕਿਸੇ ਕੰਸਲਟੈਂਟ ਨਾਲ ਡੀਲ ਕਰੋ। ਕੰਸਲਟੈਂਟ ਜਿਹੜੇ ਕੈਨੇਡੀਅਨ CCIC ਦੇ ਮੈਂਬਰਸ ਹੈਗੇ ਨੇ, ਕੈਨੇਡੀਅਨ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਦੇ ਮੈਂਬਰਸ ਹੈਗੇ ਨੇ, ਉਹਨਾਂ ਨਾਲ ਡੀਲ ਕਰੋ। ਜਾਂ ਜਿਹੜੇ ਲਾਅ ਸੁਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਹੈਗੇ ਨੇ, ਉਹਨਾਂ ਨਾਲ ਡੀਲ ਕਰੋ, ਬਿਕੋਜ਼ ਉਹ ਗਵਰਨਿੰਗ ਬੋਡੀ ਹੈ। ਉਹ ਗਵਰਨਿੰਗ ਬੋਡੀ ਦੇ ਅੰਦਰ ਰਹਿ ਕੇ ਹੀ ਤੁਹਾਨੂੰ ਸੁਜੈਸ਼ਨਸ ਦਿੰਦੇ ਹੈਗੇ ਨੇ। ਸੋ ਜਦੋਂ ਵੀ CCIC ਤੁਹਾਨੂੰ ਸੁਜੈਸ਼ਨ ਦੇਗਾ ਜਾਂ ਲਾਅ ਸੁਸਾਇਟੀ ਆਫ ਅਪਰ ਕੈਨੇਡਾ ਦਾ ਮੈਂਬਰ ਤੁਹਾਨੂੰ ਸੁਜੈਸ਼ਨ ਦੇਗਾ, ਉਹ 3600 ਚੀਜ਼ਾਂ ਆਪਣੇ ਬਾਰੇ ਵੀ ਸੋਚੇਗਾ, ਆਪਣੀ ਗਾਈਡਲਾਈਨਸ ਬਾਰੇ ਵੀ ਸੋਚੇਗਾ, ਫਿਰ ਉਹ ਤੁਹਾਨੂੰ ਸੁਜੈਸ਼ਨ ਦੇਗਾ। ਐਂਡ ਐਨੀ ਐਗਜ਼ੋਰਬੈਂਟ ਫੀਸਿਸ ਦੇ ਨਾਰਮਲੀ ਡੋਂਟ ਇਵਨ ਥਿੰਕ ਆਫ ਚਾਰਜਿੰਗ।
ਜਿਵੇਂ ਤੁਸੀਂ ਇਹਦੀ ਹੁਣੀ ਗੱਲ ਕੀਤੀ ਹੈ ਸਰ, ਉੱਥੇ ਤਾਂ ਇੰਨੀ ਜਗ੍ਹਾ ਦੇ ਉੱਤੇ ਹਰ ਨੁੱਕਰ ਦੇ ਉੱਤੇ ਆਰਟ ਸੈਂਟਰ ਖੁੱਲੇ ਹੋਏ ਨੇ ਤੇ ਉਹੀ ਨਾਲ ਦੀ ਨਾਲ ਜਿਹੜੀਆਂ ਉਹਨਾਂ ਦੀਆਂ ਫਾਈਲਸ ਵੀ ਪ੍ਰੋਸੈਸ ਕਰ ਰਹੇ ਨੇ। ਸੋ ਨਾਲ ਦੀ ਨਾਲ ਮੈਰਿਜ ਬਿਊਰੋ ਸੈਂਟਰਸ ਵੀ ਉੱਥੇ ਵਿੱਚ ਹੀ ਬਣੇ ਹੋਏ ਨੇ। ਸਰ ਸਭ ਤੋਂ ਵੱਡੀ ਗੱਲ ਤਾਂ ਇਹ ਪੁੱਛਣਾ ਚਾਹੂੰਗੀ ਕਿ ਜਿਵੇਂ ਖਾਸ ਤੌਰ ਤੇ ਵਿਜ਼ਟਰ ਵੀਜ਼ਾ ਲਈ ਅਪਲਾਈ ਕੀਤਾ ਜਾਂਦਾ, ਕਿੰਨਾ ਕੁ ਸਮਾਂ ਲੱਗਦਾ ਹੈ ਤੇ ਕਈ ਤਾਂ ਉੱਥੇ ਖਾਸ ਤੌਰ ਤੇ ਸ਼ਰਤ ਕੇ ਕਰਦੇ ਆ, ਸ਼ਰਤੀਆਂ ਲਗਾਉਂਦੇ ਆ ਕਿ ਤੁਹਾਡਾ ਵੀਜ਼ਾ ਅਸੀਂ ਲਗਾ ਕੇ ਦੇਵਾਂਗੇ, ਇੰਨੇ ਪੈਸੇ ਦੇ ਦਿਓ। ਬਿਲਕੁਲ ਤਰਨ ਜੀ, ਉਹਨਾਂ ਨੇ 50 ਲੱਖ ਰੁਪਏ 60 ਲੱਖ ਰੁਪਏ ਲੈਂਦੇ ਨੇ ਜਿਹੜਾ ਸਕਸੈਸਫੁਲ ਹੋ ਗਿਆ। ਇੱਕ ਏਜੰਟ ਦੇ ਹੱਥ ਵਿੱਚ ਕੀ ਵੀਜ਼ਾ ਲਗਾ ਕੇ ਦੇਣਾ ਹੁੰਦਾ ਹੈ? ਐਬਸੋਲੂਟਲੀ ਨਾਟ। ਕਿਸੇ ਦੇ ਕੋਲ ਕੋਈ ਪਾਵਰ ਨਹੀਂ। ਜਦੋਂ ਵੀ ਆਫੀਸਰ ਨੇ ਵੀਜ਼ਾ ਦੇਣਾ, ਉਹਨੇ 4-5 ਚੀਜ਼ਾਂ ਦੇਖਣੀਆਂ ਹੈਗੀਆਂ। ਉਹਨੇ ਦੇਖਣਾ ਹੈ ਕਿ ਜਿਹੜਾ ਹੋਸਟ ਹੈਗਾ, ਜੇ ਕੋਈ ਕੈਨੇਡਾ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਬੁਲਾ ਰਿਹਾ ਹੈਗਾ, ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਸੋ ਕੈਨੇਡਾ ਤੋਂ ਜਿਹੜਾ ਹੋਸਟ ਹੈਗੇ ਨੇ ਉਹ ਇਸ ਮੁਲਕ ਦੇ ਵਿੱਚ ਕਿੰਨੇ ਐਸਟੈਬਲਿਸ਼ਡ ਹੈਗੇ ਨੇ, ਉਹਨਾਂ ਦੇ ਫਾਈਨੈਂਸ਼ੀਅਲ ਰਿਸੋਰਸਿਸ ਕਿਸ ਤਰ੍ਹਾਂ ਦੇ ਹੈਗੇ ਨੇ, ਜਿਨ੍ਹਾਂ ਨੂੰ ਬੁਲਾਉਣ ਜਾ ਰਹੇ ਨੇ, ਉਹਨਾਂ ਦੀ ਬੋਰਡਿੰਗ ਨੂੰ, ਉਹਨਾਂ ਦੀ ਲੌਜਿੰਗ ਨੂੰ, ਉਹਨਾਂ ਦੇ ਇੱਕ ਮੈਡੀਕਲ ਨੀਡ, ਜੇ ਕੋਈ ਕੱਲ ਨੂੰ 19 ਹੁੰਦੀ ਹੈ, ਹਸਪੀਟਲਾਈਜ਼ ਹੋਣਾ ਪੈਂਦਾ, ਮੈਡੀਕਲ ਨੀਡਸ ਜੋਗੇ ਪੈਸੇ ਹੈਗੇ ਨੇ ਇੰਸ਼ੋਰੈਂਸ ਦੇ ਬਾਵਜੂਦ ਤੁਹਾਡੇ ਕੋਲ ਜਾਂ ਨਹੀਂ ਹੈਗੇ। ਸੋ ਉਸ ਤੋਂ ਬਾਅਦ ਉਹਨੇ ਦੇਖਣਾ ਜਿਹੜਾ ਐਪਲੀਕੈਂਟ ਆ ਰਿਹਾ ਉਹ ਆਪਣੇ ਕੰਟਰੀ ਦੇ ਵਿੱਚ ਕਿੰਨਾ ਐਸਟੈਬਲਿਸ਼ਡ ਹੈਗਾ, ਉਹਦੇ ਟਾਈਜ਼ ਕਿੰਨੇ ਸਟਰੋਂਗ ਹੈਗੇ ਨੇ ਹੋਮ ਕੰਟਰੀ ਦੇ ਨਾਲ, ਕਿਹੜੀਆਂ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਉਹਨਾਂ ਨੂੰ ਵਾਪਸ ਆਪਣੇ ਹੋਮ ਕੰਟਰੀ ਖਿੱਚਣਗੀਆਂ ਜਦੋਂ ਉਹ ਕੈਨੇਡਾ ਆ ਗਏ, ਉਹਨਾਂ ਦੇ ਫਾਈਨੈਂਸ਼ੀਅਲ ਰਿਸੋਰਸਿਸ ਕਿਸ ਤਰ੍ਹਾਂ ਦੇ ਹੈਗੇ ਨੇ, ਪਹਿਲੇ ਕਿਤੇ ਕਿਸੇ ਹੋਰ ਕੰਟਰੀ ਦੇ ਵਿੱਚ ਟਰੈਵਲਡ ਹੈਗੇ ਨੇ ਜਾਂ ਨਹੀਂ ਲੱਗੇ, ਜਾਂ ਸਟ੍ਰੇਟ ਅਵੇ ਪਹਿਲੀ ਕੰਟਰੀ ਹੀ ਕੈਨੇਡਾ ਘੁੰਮਣ ਆ ਰਹੇ ਨੇ। ਸੋ ਜਦੋਂ ਤੁਸੀਂ ਇਹ ਸਾਰੀ ਚੀਜ਼ਾਂ ਡੈਮੋਨਸਟ੍ਰੇਟ ਕਰਦੇ ਹੈਗੇ ਹੋ, ਆਫੀਸਰ ਨੂੰ ਨਜ਼ਰ ਆ ਜਾਂਦਾ ਹੈ ਕਿ ਇਹਦੇ ਟਾਈਜ਼ ਕਿੰਨੇ ਸਟਰੋਂਗ ਹੈਗੇ ਨੇ, ਫਾਈਨੈਂਸ਼ੀਅਲੀ ਕਿੰਨੀ ਐਸਟੈਬਲਿਸ਼ਮੈਂਟਸ ਹੈਗੀਆਂ, ਕਈ ਕਾਰਨ ਹੋਣਗੇ ਇਹਨੂੰ ਵਾਪਸ ਜਾਣ ਦੇ, ਟਰੈਵਲ ਹਿਸਟਰੀ ਨਾਲ ਰਿਫਲੈਕਟ ਹੋ ਜਾਂਦਾ ਹੈ ਕਿ ਪਹਿਲੇ ਵੀ ਘੁੰਮ ਕੇ ਬਾਕੀ ਯੂਰੋਪੀਅਨ ਕੰਟਰੀਜ਼ ਕਿਤੇ ਹੋਰ ਗਿਆ ਹੋਇਆ ਵਾਪਸ, ਤਾਂ ਉਹ ਸਾਰੀਆਂ ਚੀਜ਼ਾਂ ਪੋਜ਼ਿਟਿਵਲੀ ਇੰਪੈਕਟ ਕਰਦੀਆਂ ਐਪਲੀਕੇਸ਼ਨ ਨੂੰ। ਸੋ ਉੱਥੇ ਆਫੀਸਰ ਨੂੰ ਵੀਜ਼ਾ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਜਿੱਥੇ ਤੁਸੀਂ ਕਹੋ ਕਿ ਉਹਨਾਂ ਦੇ ਟਾਈਜ਼ ਵੀ ਕੋਈ ਨਹੀਂ ਹੈਗੇ, ਫਾਈਨੈਂਸ਼ੀਅਲ ਰਿਸੋਰਸਿਸ ਵੀ ਕੋਈ ਨਹੀਂ ਹੈਗੇ, ਫਿਰ ਵੀਜ਼ਾ ਤੁਸੀਂ ਕਿਸ ਗਰਾਊਂਡ ਤੇ ਲੈਣਾ ਚਾਹੁੰਦੇ ਹੈਗੇ ਹੋ? ਜਿਵੇਂ ਤੁਸੀਂ ਇਹ ਵੀ ਗੱਲ ਕੀਤੀ ਹੈ, ਤੁਹਾਡਾ ਜਿਹਾ ਸਟੂਡੈਂਟ ਵੀਜ਼ਾ ਦੇ ਉੱਤੇ ਵੀ ਆ ਜੀ। ਸਟੂਡੈਂਟ ਵੀਜ਼ਾ ਦੀ ਜਿਵੇਂ ਆਪਾਂ ਕੁਝ ਸਟੂਡੈਂਟਸ ਦੀ ਗੱਲ ਵੀ ਕੀਤੀ ਸੀਗੀ ਜਿਨ੍ਹਾਂ ਦੇ ਉੱਤੇ ਇਸ ਵਕਤ ਤਲਵਾਰ ਲਟਕ ਰਹੀ ਹੈ ਡਿਪੋਰਟੇਸ਼ਨ ਦੀ। ਸੋ ਜੇ ਇੱਕ ਮਾਮਲਾ ਨਹੀਂ ਹੈਗਾ, ਕਈ ਮਾਮਲੇ ਹੋਰ ਹੈਗੇ ਨੇ। ਪੈਕੇजेस ਦਾ ਅੱਜਕੱਲ ਕਾਫੀ ਟ੍ਰੈਂਡ ਹੈ ਉੱਥੇ ਪਿੱਛੇ ਕਿ ਪੈਕੇਜ ਦਿੱਤਾ ਜਾ ਰਿਹਾ ਕਿ ਪੂਰਾ ਸਟੱਡੀ ਵੀਜ਼ਾ ਪੈਕੇਜ ਹੋਏਗਾ, ਜਿਹਦੇ ਵਿੱਚ ਤੁਹਾਨੂੰ ਰਹਿਣ ਸਹਿਣ ਦਾ, ਉੱਥੋਂ 에ਅਰਪੋਰਟ ਤੋਂ ਪਿਕਅਪ ਐਂਡ ਡ੍ਰੌਪ ਦੀ ਸਾਰੀ ਫੈਸਿਲਿਟੀਜ਼ ਹੋਣਗੀਆਂ, ਤੁਹਾਨੂੰ ਉੱਥੇ ਰਹਿਣ ਦਾ ਵੀ ਤੁਹਾਡਾ ਕੁਝ ਸਮੇਂ ਲਈ ਇੰਤਜ਼ਾਮ ਕੀਤਾ ਜਾਏਗਾ। ਇਹ ਪੈਕੇजेस ਕੀ ਵਾਕਈ ਕੁਝ ਐਵੇਂ ਦੇ ਐਗਜ਼ਿਸਟ ਕਰਦੇ ਆ? ਤਰਨ ਹੈ ਤੇ ਆਪਣੇ ਆਪ ਕਿਸ ਏਜੰਟਾਂ ਨੇ ਉੱਥੇ ਪੈਕੇजेस ਬਣਾਏ ਹੋਏ ਆ, ਕਿਸੇ ਦਾ ਕੋਈ ਵਾਕਫ ਇੱਥੇ ਬੈਠਾ ਆ, ਉਹਨੇ ਕਿਹਾ ਆਪਣੇ ਕਮਰੇ ਦੇ ਵਿੱਚ, ਘਰ ਦੇ ਵਿੱਚ ਤੁਸੀਂ ਕਮਰਾ ਰੈਂਟ ਤੇ ਦੇ ਲਓ, ਤੁਸੀਂ ਮੇਰੇ ਤੋਂ ਇੰਨਾ ਰੈਂਟ ਲੈ ਲਓ। ਸੋ ਉਹਨਾਂ ਨੇ $500 ਦੇ ਵਿੱਚ ਉਹ ਰੂਮ ਰੈਂਟ ਤੇ ਲੈ ਲਿਆ। ਹੁਣ $500 ਦੇ ਵਿੱਚ ਉਹ ਕਹਿੰਦੇ ਕਿ ਜੇ ਸਾਡਾ ਕੋਈ ਬੰਦਾ ਪਿਕ ਕਰਨਾ $100 ਤੈਨੂੰ ਐਕਸਟਰਾ ਦੇ ਦੇਵਾਂਗੇ ਹਰ ਪਿਕਅਪ ਦੇ ਉੱਤੇ। ਉੱਥੇ ਹੀ ਉਹ ਐਪਲੀਕੈਂਟ ਤੋਂ ਉਹ $1000 ਲਈ ਜਾਂਦੇ ਨੇ ਜਾਂ $1500 ਲਈ ਜਾਂਦੇ ਨੇ ਕਿ ਤੁਸੀਂ ਜਾ ਕੇ ਇਹ ਕਮਰਾ ਅਰੇਂਜਮੈਂਟ ਹੋਏਗਾ। ਸੋ ਉਹ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ, ਸੋ ਸਰਵਿਸਿਜ਼ ਦੇ ਪੈਸਾ ਲੈ ਰਹੇ ਨੇ। ਅੱਜ ਦੀ ਤਰੀਕ ਦੇ ਵਿੱਚ ਤਰਨ ਜੀ ਸ਼ਾਇਦ ਹੀ ਕੋਈ ਇਹੋ ਜਿਹਾ ਪਰਿਵਾਰ, ਇਹੋ ਜਿਹੀ ਫੈਮਿਲੀ ਹੋਏਗੀ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਇੱਥੇ ਵਾਕਫ ਜਾਂ ਫਰੈਂਡਸ ਜਾਂ ਫੈਮਲੀਜ਼ ਨਾ ਹੋਣਗੀਆਂ। 99% ਅੱਜ ਦੀ ਤਰੀਕ ਦੇ ਵਿੱਚ ਹਰ ਫੈਮਿਲੀ ਦੀਆਂ ਐਕਸਟੈਂਸ਼ਨਸ ਕਿਸੇ ਨਾ ਕਿਸੇ ਜੜ੍ਹਾਂ ਕੈਨੇਡਾ ਦੇ ਵਿੱਚ ਜੁੜੀਆਂ ਹੋਈਆਂ। ਸੋ ਲੀਗਲ ਤਰੀਕੇ ਬਹੁਤ ਫਸਟ ਕਲਾਸ ਹੈਗੇ ਨੇ। ਉਹਨਾਂ ਫੈਮਲੀਜ਼ ਤੋਂ ਇਨਵੀਟੇਸ਼ਨ ਲਓ। ਤੁਸੀਂ 50 ਲੱਖ ਰੁਪਇਆ ਕਿਉਂ ਕਿਸੇ ਤੋਂ ਖਰਚਦੇ ਪਏ ਹੈਗੇ ਹੋ? ਸਰ ਜਿਵੇਂ ਤੁਸੀਂ ਗੱਲ ਕੀਤੀ ਹੈ, ਜੇਕਰ ਕੋਈ ਇੱਥੇ ਸਟੱਡੀ ਵੀਜ਼ਾ ਤੇ ਆ ਰਿਹਾ ਤੇ ਉਹਨੂੰ ਪਿੱਛੋਂ ਉਹਦਾ ਏਜੰਟ ਇਹ ਕਹਿ ਰਿਹਾ ਵਾ ਕਿ ਤੁਹਾਡੀ ਜਿਹੜੀ ਐਡਮਿਸ਼ਨ ਆ ਉੱਥੇ ਕੈਂਸਲ ਹੋ ਗਈ ਆ, ਤੁਹਾਨੂੰ ਦੂਜੇ ਕਾਲਜ ਐਡਮਿਸ਼ਨ ਲੈਣੀ ਪੈਣੀ ਆ, ਕੀ ਇਹ ਕੋਈ ਖਤਰੇ ਦੀ ਘੰਟੀ ਵੀ ਹੋ ਸਕਦੀ ਹੈ? ਐਬਸੋਲੂਟਲੀ ਖਤਰੇ ਦੀ ਘੰਟੀ ਹੋ ਸਕਦੀ ਹੈ ਤਰਨ ਜੀ, ਬਿਕੋਜ਼ ਹੋ ਸਕਦਾ ਹੈ ਕਿ ਉਹ ਪਹਿਲੀ ਜਿਹੜੀ ਲੈਟਰ ਹੋਵੇ ਉਹ ਫੇਕ ਹੋਵੇ। ਬਿਕੋਜ਼ ਆ ਜਿਹੜੇ ਬੱਚੇ ਅਸੀਂ ਗੱਲ ਕਰ ਰਹੇ ਹਾਂ 7000 ਹੈ, 700 ਹੈਗੇ ਨੇ ਜਾਂ 70000 ਹੈਗੇ ਨੇ, ਹਲੇ ਟੋਟਲ ਨੰਬਰ ਤੇ ਐਕਚੁਅਲੀ ਆਣਗੇ। ਦਿਸ ਇਜ਼ ਜਸਟ ਅ ਟਿਪ ਆਫ ਦਾ ਆਈਸਬਰਗ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈਗੀ ਹੈ। ਸੋ ਆ ਜਦੋਂ ਸਾਹਮਣੇ ਆਏਗਾ, ਸਾਹਮਣੇ ਚੀਜ਼ਾਂ ਖੁੱਲਣਗੀਆਂ ਤਾਂ ਐਕਚੁਅਲੀ ਪਤਾ ਚੱਲੇਗਾ ਕਿ ਕਿੰਨਾ ਵੱਡਾ, ਕਿੰਨੇ ਫੈਮਲੀਜ਼ ਦੇ ਨਾਲ ਧੱਕਾ ਹੋਇਆ, ਕਿੰਨੇ ਬੱਚਿਆਂ ਨਾਲ ਧੱਕਾ ਹੋਇਆ। ਐਂਡ ਮੈਂ ਇੱਕ ਚੀਜ਼ ਦੁਬਾਰਾ ਕਹੂੰਗਾ, ਹਮੇਸ਼ਾ ਜਦੋਂ ਡੀਲ ਕਰੋ CCIC ਮੈਂਬਰਸ ਜਾਂ ਲਾਅ ਸੋਸਾਇਟੀ ਦੇ ਮੈਂਬਰਸ ਨਾਲ ਡੀਲ ਕਰੋ ਜਾਂ ਜਿਹੜੇ ਆਥੋਰਾਈਜ਼ਡ ਹੈਗੇ ਨੇ, ਤਾਂ ਕਿ ਤੁਹਾਨੂੰ ਸਟ੍ਰੇਟ ਫਾਰਵਰਡ ਐਡਵਾਈਸ ਮਿਲ ਸਕੇ। ਤੁਸੀਂ ਗਲਤ ਚੱਕਰਾਂ ਤੋਂ ਦੂਰ ਰਹੋ, ਗਲਤ ਇਨਫੋਰਮੇਸ਼ਨ ਤੋਂ ਦੂਰ ਰਹੋ, ਝੂਠੇ ਡਾਕੂਮੈਂਟੇਸ਼ਨ ਤੋਂ ਐਬਸੋਲੂਟਲੀ ਜਿੱਥੇ ਤੁਹਾਨੂੰ ਨਜ਼ਰ ਆਵੇ ਕਿ ਉਹ ਆਪਣੀ ਰਿਪਰੈਜ਼ੈਂਟੇਸ਼ਨ ਨਹੀਂ ਪਾ ਸਕਦਾ, ਉਸ ਬੰਦੇ ਤੋਂ ਦੂਰ ਹੋ ਜਾਓ। ਜਿਹੜਾ ਬੰਦਾ ਤੁਹਾਡੇ ਆਪਣੀ ਰਿਪਰੈਜ਼ੈਂਟੇਸ਼ਨ ਨਹੀਂ ਪਾ ਸਕਦਾ, ਉਹ ਤੁਹਾਨੂੰ ਫੇਕ ਇਨਫੋਰਮੇਸ਼ਨ ਤੁਹਾਡੇ ਨਾਮ ਤੇ ਜੋ ਮਰਜ਼ੀ ਸਬਮਿਟ ਕਰੇ, ਉਹ ਤੁਹਾਡੀ ਓਨਸ ਤੁਹਾਡੇ ਉੱਤੇ ਹੀ ਰਹਿਣਾ ਹੈਗਾ। ਉਹਦੇ ਆਥੋਰਾਈਜ਼ਡ ਹੀ ਨਹੀਂ ਹੈਗਾ ਸਬਮਿਟ ਕਰਨ ਵਾਸਤੇ। ਉਹਦੇ ਤੁਹਾਡੇ ਨਾਮ ਤੇ ਹੀ ਫੇਕ ਆਈਡੀ ਬਣਾ ਕੇ ਜਾਂ ਤੁਹਾਡੇ ਆਈਡੀ ਦੇ ਅੰਦਰ ਸਬਮਿਟ ਕਰ ਰਿਹਾ ਹੈਗਾ। ਕਈ ਵਾਰੀ ਆਈਡੀ ਦੇ ਕੁਝ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ ਕਿ ਤੁਸੀਂ ਖੁਦ ਉਸ ਚੀਜ਼ ਲਈ ਐਲੀਜੀਬਲ ਨਹੀਂ ਹੁੰਦੇ ਹੈਗੇ ਕਿ ਤੁਸੀਂ ਆਪਣੀ ਡਾਕੂਮੈਂਟਸ ਚੈੱਕ ਕਰ ਸਕੋ ਜਾਂ ਆਪਣੀ ਐਪਲੀਕੇਸ਼ਨ ਦਾ ਸਟੇਟਸ ਚੈੱਕ ਕਰ ਸਕੋ। ਐਬਸੋਲੂਟਲੀ ਤਰਨ ਜੀ, ਐਸੇ ਵਾਸਤੇ ਜਿਹੜੇ CCIC ਮੈਂਬਰਸ ਹੈਗੇ ਨੇ, ਉਹ ਕੈਨੇਡਾ 'ਚ ਬੈਠੇ ਹੋਣ, ਇੰਡੀਆ 'ਚ ਬੈਠੇ ਹੋਣ ਜਾਂ ਦੁਨੀਆ 'ਚ ਕਿਤੇ ਵੀ ਬੈਠੇ ਹੋਣ,
ਉਹ ਹਰ ਐਪਲੀਕੈਂਟ ਨੂੰ ਆਪਣੀ ਰਿਪਰੈਜ਼ੈਂਟੇਸ਼ਨ ਦੇ ਅੰਡਰ ਉਹਨਾਂ ਦਾ ਕੇਸ ਪੁੱਟ ਅਪ ਕਰ ਸਕਦੇ ਨੇ। ਐਂਡ ਜਦੋਂ ਵੀ ਉਹ ਕੋਈ ਗਲਤੀ ਕਰੇਗਾ ਤਾਂ ਓਨਸ ਜਿਹੜਾ ਹੈਗਾ ਉਹ ਕੰਸਲਟੈਂਟ ਦੇ ਉੱਤੇ ਜਾਂਦਾ ਹੈਗਾ ਕਿ ਇਸ ਕੰਸਲਟੈਂਟ ਨੇ ਕੀਤਾ ਸੀਗਾ। ਜਦੋਂ ਤੁਸੀਂ ਇਨਫੋਰਮੇਸ਼ਨ ਹੀ ਫੇਕ ਬਣਾ ਕੇ ਸਬਮਿਟ ਕਰ ਰਹੇ ਹੋ, ਉਹ ਤੇ ਤੁਹਾਡੇ ਆਪਣੇ ਵੱਲੋਂ ਤੁਹਾਡੇ ਨਾਮ ਤੋਂ ਸਬਮਿਟ ਹੋ ਰਹੀਆਂ ਹੈਗੀਆਂ। ਕੈਨੇਡਾ ਦੀ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਕਾਫੀ ਲੀਨੀਅੰਟ ਇਸ ਵਕਤ ਰਿਹਾ ਵਾ। ਬਹੁਤ ਸਾਰੇ, ਹੁਣ ਜਿਵੇਂ ਆਸਟ੍ਰੇਲੀਆ ਦੀ ਨਿਊਜ਼ ਪੜ੍ਹ ਰਹੀ ਸੀ ਕਿ ਉੱਥੇ 15-15 ਸਾਲ ਕੰਮ ਕਰਨ ਦੇ ਬਾਵਜੂਦ ਕਿਸੇ ਨੂੰ ਪੀਆਰ ਨਹੀਂ ਮਿਲ ਪਾ ਰਹੀ ਹੈਗੀ। ਉਸ ਮਾਮਲੇ ਵਿੱਚ ਕੈਨੇਡਾ ਕਾਫੀ ਜ਼ਿਆਦਾ ਲੀਨੀਅੰਟ ਹੈ ਪੀਆਰ ਦੇ ਮਾਮਲੇ ਵਿੱਚ। ਕੀ ਕਹਿਣਾ ਚਾਹੋਗੇ ਤੁਸੀਂ? 100% ਤਰਨਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਿਕੋਜ਼ ਤੁਸੀਂ ਦੇਖੋ Tier 2 ਪੀਆਰ ਵਰਗੇ ਪ੍ਰੋਗਰਾਮਸ ਆਏ ਕਿ ਜਿਹੜੇ ਬੱਚੇ ਗ੍ਰੇਡ 12 ਕਰਕੇ ਆਏ ਸੀ, ਹਲੇ ਗ੍ਰੈਜੂਏਸ਼ਨ ਕੰਪਲੀਟ ਵੀ ਨਹੀਂ ਹੋਈ ਸੀਗੀ ਤੇ ਉਹ ਪੀਆਰ ਵਾਸਤੇ ਉਹਨਾਂ ਦੀ ਐਲੀਜੀਬਿਲਟੀ ਬਣ ਗਈ, ਰਾਈਟ। 75 ਦੇ ਸਕੋਰ ਦੇ ਉੱਤੇ ਐਕਸਪ੍ਰੈਸ ਐਂਟਰੀ ਦਾ ਡਰਾ ਹੋ ਗਿਆ। 27332 ਐਪਲੀਕੇਸ਼ਨਸ ਪਿਕ ਹੋਈਆਂ। ਕਿਸੇ ਨੇ ਸੋਚਿਆ ਸੀਗਾ? ਨੋਬਡੀ ਥੌਟ ਆਫ ਇਟ। ਸੋ ਐਬਸੋਲੂਟਲੀ ਕੈਨੇਡਾ ਹੈਜ਼ ਬੀਨ ਵੈਰੀ ਵੈਰੀ ਲੀਨੀਅੰਟ as far as immigration is concerned। and ਹੁਣ ਦੇਖੋ 18 ਮਹੀਨਿਆਂ ਦੀ ਐਕਸਟੈਂਸ਼ਨਸ ਮਿਲ ਰਹੀਆਂ ਬੱਚਿਆਂ ਨੂੰ, ਬਿਕੋਜ਼ ਕੈਨੇਡੀਅਨ ਗਵਰਨਮੈਂਟ ਨਹੀਂ ਚਾਹੁੰਦੀ ਕਿ ਕੋਈ ਵੀ ਬੱਚਾ ਜਿਹਨੇ ਕੈਨੇਡਾ ਦੇ ਵਿੱਚ ਪੜ੍ਹਾਈ ਕੀਤੀ ਉਹ ਵਾਪਸ ਜਾਵੇ। ਸੋ ਬਟ ਉਹ ਦੂਜੇ ਵਾਲੇ ਪਾਸੇ ਉਹ ਜਿਹੜੀ ਮਿਸਰੈਪ੍ਰੈਜ਼ੈਂਟੇਸ਼ਨ ਹੈਗੀ ਹੈ ਉਹਨੂੰ ਵੀ ਬੜੀ ਸੀਰੀਅਸਲੀ ਡੀਲ ਕਰਨਾ ਚਾਹੁੰਦੇ ਨੇ। ਮੈਂ ਇਹੀ ਪੁੱਛਣਾ ਚਾਹੁੰਦੀ ਸੀ, ਜੇ ਕੋਈ ਇਸ ਵਕਤ ਸਟੇਟਸ ਦੇ ਵਿੱਚ ਨਹੀਂ ਹੈ, ਆਊਟ ਆਫ ਸਟੇਟਸ ਹੋ ਚੁੱਕਿਆ, ਉਹਨਾਂ ਲਈ ਕੀ ਕੋਈ ਆਪਸ਼ਨ ਐਗਜ਼ਿਸਟ ਕਰਦੀ ਹੈ ਇਸ ਵਕਤ? ਬਿਲਕੁਲ ਤਰਨ, ਪਹਿਲੀ ਗੱਲ ਤਾਂ ਕੋਈ ਵੀ ਬੱਚਾ ਸਟੇਟਸ ਤੋਂ ਬਾਹਰ ਹੋਣਾ ਹੀ ਨਹੀਂ ਚਾਹੀਦਾ। ਜਦੋਂ ਵੀ ਤੁਸੀਂ ਸਟੇਟਸ ਤੋਂ ਬਾਹਰ ਹੋਣ ਲੱਗੇ ਹੈਗੇ ਹੋ, ਪਲੀਜ਼ ਮੇਕ ਸ਼ੋਰ ਕਿ ਕਿਸੇ ਕੰਸਲਟੈਂਟ ਲਾਇਰ ਤੋਂ, ਟਿਕਟੌਕ ਵਾਲੇ ਕੰਸਲਟੈਂਟਸ ਤੋਂ ਨਹੀਂ, ਇੰਸਟਾਗ੍ਰਾਮ ਵਾਲੇ ਕੰਸਲਟੈਂਟਸ ਤੋਂ ਨਹੀਂ, ਐਕਚੁਅਲ CCIC ਮੈਂਬਰਸ ਜਾਂ ਲਾਅ ਸੁਸਾਇਟੀ ਦੇ ਮੈਂਬਰਸ ਨਾਲ ਡੀਲ ਕਰੋ ਤਾਂ ਕਿ ਤੁਹਾਨੂੰ ਐਕਚੁਅਲੀ ਦੱਸ ਸਕਣ ਕਿ ਤੁਹਾਡੇ ਸਰਕਮਸਟੈਂਸਸ, ਤੁਹਾਡੇ ਹਾਲਾਤਾਂ ਨੂੰ ਦੇਖਦੇ ਹੋਏ ਤੁਸੀਂ ਕਿੱਥੇ ਖੜੇ ਹੋ, ਤੁਹਾਡੇ ਵਾਸਤੇ ਆਪਸ਼ਨ ਕੀ ਐਗਜ਼ਿਸਟ ਕਰਦੀ ਹੈ। ਐਂਡ 99% ਕੋਈ ਨਾ ਕੋਈ ਆਪਸ਼ਨ ਜ਼ਰੂਰ ਐਗਜ਼ਿਸਟ ਕਰਦੀ ਹੈ। ਜੇ ਨਹੀਂ 1.01% ਕੋਈ ਆਪਸ਼ਨ ਨਹੀਂ ਐਗਜ਼ਿਸਟ ਕਰਦੀ ਤੇ play with that। ਇਸ ਵਕਤ ਐਕਸਟੈਂਸ਼ਨਸ ਤਾਂ ਬਹੁਤਿਆਂ ਨੂੰ ਮਿਲ ਚੁੱਕੀ ਹੈ, ਪਰ ਕਈ ਵਾਰੀ ਇੱਦਾਂ ਹੁੰਦਾ ਕਿ ਜੌਬ ਓਪਰਚੁਨਿਟੀਜ਼ ਨਹੀਂ ਹੁੰਦੀਆਂ ਹੈਗੀਆਂ। ਤੁਹਾਡੇ ਕੋਲ ਕੁਝ ਜੌਬ ਓਪਰਚੁਨਿਟੀਜ਼ ਹੈਗੀਆਂ ਨੇ ਜੇਕਰ ਕੋਈ ਇਸ ਚੀਜ਼ ਦਾ ਫਾਇਦਾ ਲੈ ਸਕਦਾ ਹੈ? ਬਿਲਕੁਲ ਤਰਨ ਜੀ, ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਟਰੱਕ ਡਰਾਈਵਰਸ ਕੈਨੇਡਾ ਦੇ ਵਿੱਚ ਹੈਗੇ ਨੇ ਜਿਹੜੇ ਓਪਨ ਵਰਕ ਪਰਮਿਟ ਦੇ ਉੱਤੇ ਹੈਗੇ ਨੇ, ਭਾਵੇਂ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਾਂ ਸਪਾਊਸਿਸ ਹੈਗੇ ਨੇ, ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਦੇ ਸਪਾਊਸਿਸ ਜਿਹੜੇ ਓਪਨ ਵਰਕ ਪਰਮਿਟ ਦੇ ਉੱਤੇ ਹੈਗੇ ਨੇ, ਸਾਡੇ ਕੋਲ ਇੱਕ EMPLOYER ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਰਾਈਟ ਅਵੇ, ਇਟਸ ਵਨ ਆਫ ਦਾ ਬਿਗੇਸਟ ਕੰਪਨੀਜ਼ ਅਕ੍ਰੋਸ ਨਾਰਥ ਅਮਰੀਕਾ, ਉਹਨਾਂ ਨੂੰ ਟਰੱਕ ਡਰਾਈਵਰਸ ਦੀ ਲੋੜ ਹੈਗੀ ਹੈ। ਜੇ ਤੁਹਾਡੇ ਕੋਲ ਟਰੱਕਿੰਗ ਦਾ, ਜੇ ਵਿਦਨ ਕੈਨੇਡਾ ਹੈਗੇ ਉਹ ਗ੍ਰੇਟ, ਜੇ ਕੈਨੇਡਾ ਤੋਂ ਬਾਹਰ ਵੀ ਬੈਠੇ ਹੋਏ ਹੋ, ਮਿਡਲ ਈਸਟ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਬੈਠੇ ਹੋਏ ਹੋ, ਤੁਹਾਡੇ ਕੋਲ 2 ਸਾਲ ਦਾ ਤਜਰਬਾ ਹੈਗਾ, ਗ੍ਰੇਡ 12 ਕੀਤੀਆਂ ਹੋਈਆਂ, ਆਈਲੈਟਸ ਤੁਸੀਂ 5 ਬੈਂਡ ਦਾ ਕਰ ਸਕਦੇ ਹੋ ਤੇ ਤੁਸੀਂ ਵਰਕ ਪਰਮਿਟ ਤੇ ਕੈਨੇਡਾ ਆ ਸਕਦੇ ਹੈਗੇ ਹੋ। ਐਂਡ ਇੱਥੇ ਆ ਕੇ ਤੁਸੀਂ PNP ਦੇ ਥਰੂ ਕੁਆਲੀਫਾਈ ਕਰ ਜਾਓਗੇ, ਬਿਕੋਜ਼ ਐਟਲਾਂਟਿਕ ਦੀਆਂ ਓਪਨਿੰਗਸ ਹੈਗੀਆਂ, ਇਹਨਾਂ ਦਾ ਜਿਹੜਾ ਬੇਸ ਤੁਹਾਡਾ ਹੋਏਗਾ ਐਟਲਾਂਟਿਕ ਹੋਏਗਾ। ਉੱਥੇ 4 ਬੈਂਡ ਚਾਹੀਦੇ ਨੇ ਸਿਰਫ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਅੰਡਰ PNP ਜਾਂ AAP ਦੇ ਲਗਾਉਣ ਵਾਸਤੇ। ਜੇ ਓਨਟਾਰੀਓ ਦੇ ਵਿੱਚ ਆਓਗੇ ਤੇ ਹੋ ਸਕਦਾ ਤੁਸੀਂ ਕੁਆਲੀਫਾਈ ਕਰੋ, ਹੋ ਸਕਦਾ ਨਾ ਕਰੋ। ਇਸੇ ਵਾਸਤੇ ਮੈਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਰਿਹਾ ਸੀਗਾ, ਬਿਕੋਜ਼ ਜਿਹੜਾ ਬੱਚਾ ਗ੍ਰੇਡ 12 ਕਰਕੇ ਆਇਆ, ਇੱਥੇ 2 ਸਾਲ ਪੜ੍ਹਾਈ ਵੀ ਕਰ ਲਈ, 8777 ਵੀ ਲੈ ਲੇ, ਇੱਕ 8777 ਨਹੀਂ ਆਏ, 6 ਆਏ, ਉਹਨਾਂ ਦਾ ਸਕੋਰ ਤੇ 380 370 367 ਦੇ ਆਸ-ਪਾਸ ਰਹਿ ਗਿਆ ਤਰਨ ਜੀ। ਸੋ 380 367 ਦੇ ਵਿੱਚ ਉਹ ਪੱਕਾ ਕਿਦਾਂ ਹੋਏਗਾ? ਆਕੂਪੇਸ਼ਨ ਸਪੈਸਿਫਿਕ ਡਰਾ ਅਸੀਂ ਟਰੱਕਿੰਗ ਦਾ ਕੋਈ ਵੀ ਨਹੀਂ ਦੇਖਿਆ ਹਾਲੇ ਤੱਕ। ਸੋ ਇਹੋ ਜਿਹੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਹੂੰਗਾ ਕਿ ਮੂਵ ਟੂ ਐਟਲਾਂਟਿਕਸ ਜਾਂ ਉਸ ਪ੍ਰੋਵਿੰਸ ਜਾਂ ਸੈਸਕੈਚੁਆਨ ਜਿੱਥੇ ਤੁਸੀਂ PR ਵਾਸਤੇ ਕੁਆਲੀਫਾਈ ਹੋ ਜਾਓ। ਸੋ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਓਪਨ ਵਰਕ ਪਰਮਿਟ ਤੇ ਹੈਗੇ ਨੇ ਉਹ ਵੀ ਸਾਨੂੰ ਕੰਟੈਕਟ ਕਰਨ ਜੀ, ਆਪਣਾ CV ਸਾਨੂੰ ਫਾਰਵਰਡ ਕਰ ਦੇਣ। ਜਿਹੜੇ ਮਿਡਲ ਈਸਟ ਦੇ ਵਿੱਚ ਬੈਠੇ ਨੇ ਟਰੱਕਰਸ ਐਂਡ ਕੈਨੇਡਾ ਆਉਣਾ ਚਾਹੁੰਦੇ ਨੇ, ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਹੁਣ ਦੂਜੀ ਚੀਜ਼ ਆ ਗਈ ਜਿਹੜੇ ਵੈਲਡਰਸ ਹੈਗੇ ਨੇ, ਜੇ ਤੁਹਾਡੇ ਕੋਲ ਵੈਲਡਿੰਗ ਦਾ ਐਕਸਪੀਰੀਅੰਸ ਹੈਗਾ, ਹੈਵੀ ਵੈਲਡਿੰਗ ਦਾ, ਆਇਲ ਐਂਡ ਨੈਚੁਰਲ ਗੈਸ ਦੇ ਵਿੱਚ ਕੰਮ ਕੀਤਾ ਤੇ ਜਾਂ ਫਿਰ ਆਇਲ ਮਾਈਨਸ ਦੇ ਵਿੱਚ ਕੰਮ ਕੀਤਾ ਹੋਇਆ, ਜਾਂ ਫਿਰ ਤੁਸੀਂ ਮਾਈਨਿੰਗ ਦੇ ਵਿੱਚ ਕੰਮ ਕੀਤਾ ਹੋਇਆ, ਜਾਂ ਫਿਰ ਤੁਸੀਂ ਸ਼ਿਪ ਯਾਰਡਸ ਦੇ ਵਿੱਚ ਹੈਵੀ ਵੈਲਡਿੰਗ ਦਾ ਐਕਸਪੀਰੀਅੰਸ ਹੈਗਾ, ਆਪਣੀ ਡਿਟੇਲਸ ਸ਼ੇਅਰ ਕਰ ਦਿਓ। ਐਂਡ ਤੀਜੀ ਸਾਡੇ ਕੋਲ ਇਸ ਟਾਈਮ ਤੇ ਓਪਨਿੰਗਸ ਹੈਗੀਆਂ ਜੀ ਮਸ਼ੀਨਿਸਟ ਦੀਆਂ। ਜੇ ਤੁਸੀਂ ਗ੍ਰੇਡ 10 ਤੋਂ ਬਾਅਦ ਡਿਪਲੋਮਾ ਕੀਤਾ ਹੋਇਆ ਮਕੈਨੀਕਲ ਦਾ, ਮਸ਼ੀਨ ਆਪਰੇਟਰ, ਮਸ਼ੀਨਿਸਟ, CNC ਪ੍ਰੋਗਰਾਮਰ, ਟੂਲ ਐਂਡ ਡਾਈ ਮੇਕਿੰਗ ਦਾ ਐਕਸਪੀਰੀਅੰਸ ਹੈਗਾ ਤੇ ਆਪਣਾ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। EMPLOYER ਕੁਆਲੀਫਾਈਡ ਹੈਗਾ, ਪ੍ਰੀ ਅਪਰੂਵਡ LMIS ਹੈਗੇ ਨੇ, ਤੁਸੀਂ ਕੰਮ ਕਰੋਗੇ ਐਂਡ AAP ਦੇ ਵਿੱਚ ਕੁਆਲੀਫਾਈ ਜਾਂ PNP ਦੇ ਵਿੱਚ ਕੁਆਲੀਫਾਈ ਕਰ ਜਾਓਗੇ। ਐਂਡ ਚੌਥੀ ਰਿਕੁਆਇਰਮੈਂਟ ਸਾਡੇ ਕੋਲ ਹੈਗੀਆਂ ਹੈਵੀ ਇਕੁਇਪਮੈਂਟ ਮਕੈਨਿਕਸ ਦੀਆਂ। ਜੇ ਤੁਹਾਡੇ ਕੋਲ ਮਿਡਲ ਈਸਟ ਦਾ ਹੈਵੀ ਇਕੁਇਪਮੈਂਟ ਦਾ ਜਾਂ ਇੰਡੀਆ ਦਾ ਹੈਵੀ ਇਕੁਇਪਮੈਂਟ ਦਾ ਐਕਸਪੀਰੀਅੰਸ ਹੈਗਾ ਤਾਂ ਵੀ ਡਿਟੇਲ ਸ਼ੇਅਰ ਕਰ ਦਿਓ, ਦਿਸ ਕੈਨ ਵਰਕ ਫॉर ਯੂ। ਐਂਡ ਜੇ ਕੋਈ ਵਿਜ਼ਿਟਰ ਤੇ ਕੈਨੇਡਾ ਆਇਆ ਹੋਇਆ ਐਂਡ ਲੁਕਿੰਗ ਫॉर ਆਪਸ਼ਨਸ ਟੂ ਸੈਟਲ ਇਨ ਕੈਨੇਡਾ,
ਆਪਣਾ 1-on-1 ਸਾਡੇ ਨਾਲ ਅਪਾਇੰਟਮੈਂਟ ਬਣਾ ਕੇ ਡਿਸਕਸ ਕਰੋ ਕਿ ਕਿਸ ਤਰ੍ਹਾਂ ਤੁਹਾਡੇ ਵਾਸਤੇ ਕਿਹੜੀਆਂ ਆਪਸ਼ਨਸ ਐਗਜ਼ਿਸਟ ਕਰਦੀਆਂ। ਜੀ ਬਿਲਕੁਲ, ਤੁਹਾਡੇ ਨਾਲ ਕਦੋਂ ਕਿਵੇਂ ਕਿੱਥੇ ਕੰਟੈਕਟ ਕਰ ਸਕਦੇ ਨੇ? ਤਰਨ ਜੀ, ਸਾਡਾ ਈਮੇਲ ਆਈਡੀ ਹੈਗਾ info@iccimmigration.ca, info@iccimmigration.ca। ਸਾਡਾ WhatsApp ਨੰਬਰ ਹੈਗਾ 647-850-9000, 647-850-9000, ਐਂਡ ਫੋਨ ਨੰਬਰ ਹੈਗਾ ਸਾਡਾ 905-461-2424, 9054612424। ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਨੂੰ ਐਕਸਟੈਂਸ਼ਨਸ ਮਿਲ ਗਈਆਂ 18 ਮਹੀਨਿਆਂ ਦੀਆਂ, ਤੁਸੀਂ ਰੀਅਲੀ ਲੱਕੀ ਹੈਗੇ ਹੋ ਕਿ ਤੁਹਾਨੂੰ 18 ਮਹੀਨੇ ਦੀ ਐਕਸਟੈਂਸ਼ਨਸ ਮਿਲੀਆਂ। ਹੁਣ ਇਸ ਟਾਈਮ ਨੂੰ ਨਾ ਜਾਣਦੇ ਆ ਜੇ GTA ਦਾ, ਗ੍ਰੇਟਰ ਵੈਂਕੂਵਰ ਦਾ, ਓਨਟਾਰੀਓ ਦਾ, BC ਦਾ ਮੋਹ ਛੱਡ ਕੇ ਬਾਕੀ ਪ੍ਰੋਵਿੰਸਿਸ ਦੇ ਵਿੱਚ ਮੂਵ ਹੋ ਜਾਓ, ਜਿਹੜਾ ਤੁਹਾਨੂੰ PR ਜਿੱਥੇ ਜਲਦੀ ਹੋ ਰਹੀ ਹੈ ਤੁਹਾਡੀ। ਜੀ ਬਿਲਕੁਲ, ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ 'ਚ ਆਉਣ ਲਈ। ਥੈਂਕ ਯੂ ਤਰਨ ਜੀ। ਸੋ ਦੋਸਤੋ, ਅਸੀਂ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਸਵਾਲ ਹੈ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਕੈਨੇਡਾ ਵਿੱਚ ਆਪਣਾ ਸਕੋਪ ਦੇਖਣਾ ਚਾਹੁੰਦੇ ਹੋ, ਤੁਸੀਂ ICICI ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।